ਆਮ ਆਦਮੀ ਨੂੰ ਤਾਂ ਇਜਾਜ਼ਤ ਹੀ ਨਹੀਂ ਸੀ ਨਾ ਜਾਣ ਦੀ। ਜਿਹੜੀ ਇਹ ਸੜਕ ਤੁਸੀਂ ਦੇਖ ਰਹੇ ਹੋ ਨਾ ਜੀ, ਹਾਂਜੀ। ਇੱਥੇ ਇੱਕ ਗੇਟ ਹੁੰਦਾ ਸੀਗਾ ਮੇਨ ਤੇ ਮੇਨ ਤੇ, ਇਹਨੂੰ ਕਾਲੀ ਸੜਕ ਕਹਿੰਦੇ ਸੀ। ਅੱਛਾ, ਕਾਲੀ ਸੜਕ ਸੀ ਜੀ। ਇੱਧਰ ਕੋਈ ਨਹੀਂ ਆ ਸਕਦਾ। ਉਸ ਸੜਕ ਤੇ ਕੋਈ ਬੰਦਾ ਨਹੀਂ ਸੀ ਜਾ ਸਕਦਾ। ਇਹ ਜਿੱਥੇ ਆਪਾਂ ਖੜੇ ਹੋਏ ਹਾਂ ਇਹ ਵੀ ਇੱਕ ਸੜਕ ਸੀਗੀ, ਆਮ ਲੋਕਾਂ ਦੇ ਜਾਣ ਵਾਸਤੇ ਇਹ ਸੜਕ ਸੀਗੀ। ਅੱਛਾ, ਕੋਠੀ ਵਾਲਿਆਂ ਵਾਸਤੇ ਵੱਖਰਾ ਰਾਹ ਸੀ, ਕਾਲੀ ਸੜਕ ਜਿਹਨੂੰ ਬੋਲਿਆ ਜਾਂਦਾ, ਤੇ ਆਮ ਲੋਕਾਂ ਵਾਸਤੇ ਵੱਖਰਾ ਰਸਤਾ। ਹਾਂਜੀ, ਕਿਉਂਕਿ ਉੱਥੇ ਗੇਟ ਹੁੰਦਾ ਸੀਗਾ, ਉਹ ਸਿਰਫ ਉਹ मालका ने आने खुलता होता सीगा। जी, मैं इस वक्त मौजूद हूँ, ज़िला उकाड़ा में मौजूद हूँ। 9 लखी कोठी के बारे में यहाँ के मकामी लोगों से बात करते हैं, मुकम्मल कहानी इसके इलाकाई लोगों से बात करते हैं कि पीर नवाब कौन था और उसे कोठी कैसे मिल जाती है। अस्सलाम वालेकुम। वालेकुम सलाम। प्यारे भाई, तुसीं ਇਹ ਦੱਸੋ ਕਿ ਜਦੋਂ ਆ ਕੋਠੀ ਤਮੀਰ ਕੀਤੀ ਗਈ ਉਸ ਤੋਂ ਬਾਅਦ ਪੀਰ ਨਵਾਬ ਨੂੰ ਮਿਲ ਜਾਂਦੀ ਤੇ ਉਹਦੇ ਬਾਰੇ ਕਿਵੇਂ ਉਹਨਾਂ ਨੂੰ ਮਿਲਦੀ ਕੋਠੀ? ਇਹ ਜੀ ਅੰਗਰੇਜ਼ ਜਦੋਂ ਪਾਕਿਸਤਾਨ 'ਚ ਆਏ ਸੀ, ਹਿੰਦੁਸਤਾਨ 'ਚ, ਹਾਂਜੀ, ਤੇ ਇਹ ਉਹਨਾਂ ਨੇ ਉਦੋਂ ਤਾਮੀਰ ਕੀਤੀ ਸੀ ਜੀ। ਉਸ ਤੋਂ ਬਾਅਦ ਕਿਉਂਕਿ ਇਹ 7 ਪਿੰਡ ਨੇ, ਅੱਛਾ, 360 ਮੁਰੱਬਾ ਜ਼ਮੀਨ ਹੈ, 7 ਪਿੰਡਾਂ ਦੀ। 7 ਪਿੰਡਾਂ ਦੀ। ਅੱਛਾ ਜੀ। ਇਹ ਸਾਰੀ ਸਰਕਾਰੀ ਹੈ। ਅੱਜ ਕੱਲ੍ਹ ਇਹ ਹਕੂਮਤ ਪਾਕਿਸਤਾਨ ਦੇ ਕੋਲ ਹੈ। ਕੋਈ ਫੌਜੀਆਂ ਨੂੰ ਲਾਟ ਹੋ ਗਈ? ਇਹ ਹਕੂਮਤ ਪਾਕਿਸਤਾਨ ਕੋਲੋਂ ਹੀ ਪਾਕ ਫੌਜ ਨੂੰ ਲੀਜ਼ ਤੇ ਲਈ ਗਈ ਸੀ ਅੱਛਾ ਉਹਨਾਂ ਜੀ। ਨੇ, ਤੇ ਇਹ ਜਿਹੜੇ ਰਿਟਾਇਰਡ ਫੌਜੀ ਹੁੰਦੇ ਨੇ ਉਹਨਾਂ ਨੂੰ ਅਲਾਟ ਕੀਤੀ ਜਾਂਦੀ। ਅੱਛਾ ਜੀ। ਇਹ ਨਵਾਬ ਮੇਰ ਅਲੀ ਸ਼ਾਹ ਬੇਸਿਕਲੀ ਉਦੋਂ ਜਿਹੜੇ ਅੰਗਰੇਜ਼ ਸੀ ਉਹਦੇ ਮੁਨਸ਼ੀ ਸੀਗੇ। ਅੱਛਾ ਜੀ। ਉਸ ਤੋਂ ਬਾਅਦ ਕੋਠੀ ਤਮੀਰ ਜਿਨ੍ਹਾਂ ਕੀਤੀ ਸੀ ਤਾਮੀਰ ਕੀਤੀ ਤੇ ਸੀ, ਆ ਉਹਨਾਂ ਦੇ ਮੁਨਸ਼ੀ ਆਏ ਸੀ, ਉਦੋਂ ਮੁਨਸ਼ੀ ਸੀਗੇ। ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦਾ ਖਾਨਦਾਨ ਵਾਪਸ ਜਾਣ ਲੱਗ ਪਿਆ, ਉਹਨਾਂ ਨੇ ਇਹਨਾਂ ਨੂੰ ਨਾਲ ਕਾਰੋਬਾਰੀ ਪਾਰਟਨਰ ਬਣਾ ਲਿਆ ਸੀਗਾ। ਅੱਛਾ ਜੀ। ਫਿਰ ਉਸ ਤੋਂ ਬਾਅਦ ਜਦੋਂ ਬਿਲਕੁਲ ਉਹ ਵਾਪਸ ਜਾਣ ਲੱਗੇ ਸੀ ਤੇ ਇਹ ਟੋਟਲ 360 ਮੁਰੱਬੇ ਦਾ ਜਿਹੜਾ ਕਿ ਹੈ ਸੀ ਨਾ ਰਕਬਾ, ਉਹਦਾ ਇੰਤਜ਼ਾਮ ਸਾਰਾ ਉਹ ਨਵਾਬ ਮੇਰ ਅਲੀ ਸ਼ਾਹ ਸਾਹਿਬ ਨੂੰ ਦੇ ਕੇ ਗਏ ਸਪੁਰਦ ਕਰ ਗਿਆ ਸੀ, ਉਹਨਾਂ ਦੇ ਸਪੁਰਦ ਕਰ ਗਏ ਸੀ। ਉਸ ਤੋਂ ਬਾਅਦ ਉਹ ਕਮੋ ਬੇਸ਼ ਵੀ 15-20 ਸਾਲ ਕਾਬਜ਼ ਰਹੇ ਸੀ। ਤੇ ਉਸ ਤੋਂ ਬਾਅਦ ਇਹ ਜ਼ਮੀਨ ਆਹਿਸਤਾ ਆਹਿਸਤਾ 360 ਮੁਰੱਬਾ ਜਦੋਂ ਫਿਰ ਅਲਾਟ ਹੋਣ ਲੱਗ ਪਿਆ ਰਿਟਾਇਰਡ ਫੌਜੀਆਂ ਨੂੰ, ਉਹਨਾਂ ਕੋਲ ਸਿਰਫ ਇਹ 4 ਮੁਰੱਬੇ ਜ਼ਮੀਨ ਰਹਿ ਗਈ ਸੀ, ਜਿਹਦਾ ਬਾਕੀ ਸਾਰੀ ਲਾਟ ਹੋ ਗਈ, ਅਲਾਟ ਹੋ ਗਈ ਸੀ। ਉਸ ਤੋਂ ਬਾਅਦ 2 ਮੁਰੱਬੇ ਰਹਿ ਗਈ, ਜਿਹਦੇ ਵਿੱਚ ਇੱਕ ਕੋਠੀ ਸ਼ਾਮਲ ਸੀ। ਔਰ ਲਾਸਟ ਟਾਈਮ ਤੱਕ ਤਕਰੀਬਨ 1 ਸਾਲ ਪਹਿਲੇ ਤੱਕ ਇਹਦਾ ਇੱਕ ਸਟੇ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਚੱਲਦਾ ਰਿਹਾ। ਗੌਰਮੈਂਟ ਆਫ ਪਾਕਿਸਤਾਨ ਦੇ ਅੰਗੇਂਸਟ ਸਟੇ ਲਿਆ ਹੋਇਆ ਸੀਗਾ ਨਵਾਬ ਮੇਰ ਅਲੀ ਸ਼ਾਹ ਸਾਹਿਬ ਦੇ ਬੇਟੇ ਨੇ, ਸ਼ਮਸ ਸਾਹਿਬ ਨੇ, ਤੇ ਉਹ ਵੀ ਹੁਣ ਗੌਰਮੈਂਟ ਦੇ ਹੱਕ 'ਚ ਹੋ ਗਿਆ। ਔਰ ਲਾਸਟ ਟਾਈਮ ਤੱਕ ਉਹਨਾਂ ਕੋਲ ਸਿਰਫ 2 ਮੁਰੱਬੇ ਰਹਿ ਗਏ ਸੀ। ਹੁਣ ਉਹਨਾਂ ਕੋਲ ਇੱਥੇ ਕੋਈ ਚੀਜ਼ ਨਹੀਂ। ਔਰ ਜਿਹੜੀ ਹਾਲਤ ਹੈ ਨਾ ਕੋਠੀ ਦੇ, ਸਾਰਾ ਸਮਾਨ ਵਗੈਰਾ ਉਹ ਪੀਰ ਹੀ ਲੈ ਗਏ ਸੀ, ਕਿਉਂਕਿ ਉਹਦੀ ਉਤਾਰ ਕੇ ਲੈ ਗਏ ਸੀ। ਉਹਨਾਂ ਦੀ ਰਿਹਾਇਸ਼ ਸੀ ਜਲਾਲਪੁਰ ਜੱਟਾਂ ਦੀ। ਅੱਛਾ ਅੱਛਾ। ਤੇ ਫਿਰ ਜਾਣਨ ਲੱਗੇ ਉਹ ਇੱਥੋਂ ਹਰ ਚੀਜ਼ ਜਿਹੜੀ ਹੈ, ਕਿਉਂਕਿ ਆਮ ਆਦਮੀ ਨੂੰ ਤਾਂ ਇਜਾਜ਼ਤ ਹੀ ਨਹੀਂ ਸੀ ਨਾ ਜਾਣ ਦੀ। ਜਿਹੜੀ ਇਹ ਸੜਕ ਤੁਸੀਂ ਦੇਖ ਰਹੇ ਹੋ ਨਾ ਜੀ, ਇੱਥੇ ਇੱਕ ਗੇਟ ਹੁੰਦਾ ਸੀਗਾ ਮੇਨ ਤੇ, ਇਹਨੂੰ ਕਾਲੀ ਸੜਕ ਕਹਿੰਦੇ ਸੀ। ਅੱਛਾ, ਕਾਲੀ ਸੜਕ ਜੀ। ਇੱਧਰ ਕੋਈ ਨਹੀਂ ਆ ਸਕਦਾ। ਉਸ ਸੜਕ ਤੇ ਕੋਈ ਬੰਦਾ ਨਹੀਂ ਸੀ ਜਾ ਸਕਦਾ। ਇਹ ਜਿੱਥੇ ਆਪਾਂ ਖੜੇ ਹੋਏ ਹਾਂ ਇਹ ਵੀ ਇੱਕ ਸੜਕ ਸੀਗੀ, ਆਮ ਲੋਕਾਂ ਦੇ ਜਾਣ ਵਾਸਤੇ ਇਹ ਸੜਕ ਸੀਗੀ। ਅੱਛਾ, ਕੋਠੀ ਵਾਲਿਆਂ ਵਾਸਤੇ ਵੱਖਰਾ ਰਾਹ ਸੀ, ਕਾਲੀ ਸੜਕ ਜਿਹਨੂੰ ਬੋਲਿਆ ਜਾਂਦਾ, ਤੇ ਆਮ ਲੋਕਾਂ ਵਾਸਤੇ ਵੱਖਰਾ ਰਸਤਾ। ਹਾਂਜੀ, ਕਿਉਂਕਿ ਉੱਥੇ ਗੇਟ ਹੁੰਦਾ ਸੀਗਾ, ਉਹ ਸਿਰਫ ਉਹ ਮਾਲਕਾਂ ਦੇ ਆਣ ਤੇ ਖੁੱਲਦਾ ਹੁੰਦਾ ਸੀਗਾ, ਅੱਗੇ ਪਿੱਛੇ ਬੰਦ। ਹਾਂਜੀ। ਤੇ ਇਹ ਲੋਕ ਜਿਹੜੇ ਨੇ ਇਹ ਵੀ ਕਿਉਂਕਿ ਮਜ਼ਾਰੇ ਸੀਗੇ ਉਹਨਾਂ ਦੇ, ਤੇ ਉਹੋ ਹੀ ਮਤਲਬ ਹਰ ਪਿੰਡ ਦੇ ਵਿੱਚ ਉਹਨਾਂ ਦੇ ਮਜ਼ਾਰੇ ਸੀ, ਅਲੱਗ-ਅਲੱਗ ਉਹਨਾਂ ਦਾ ਹਰ ਪਿੰਡ ਦੇ ਵਿੱਚ ਉਹਨਾਂ ਦੇ ਇੰਤਜ਼ਾਮ ਸੀ। ਤੇ ਜਿਹੜੇ ਪੀਰ ਨਵਾਬ ਸ਼ਾਹ ਸੀ ਉਹ ਜਦੋਂ ਇੱਥੇ 14-15 ਸਾਲ ਗੁਜ਼ਾਰੇ ਨੇ, ਉਹਨਾਂ ਕੁਝ ਲੋਕ ਕਹਿੰਦੇ ਨੇ ਕਿ ਜੀ ਉਹ ਬੜੇ ਜ਼ਾਲਮ ਹੈਗੇ ਸੀ, ਲੋਕਾਂ ਤੇ ਜ਼ੁਲਮ ਕਰਦੇ ਸੀ। ਤੁਸੀਂ ਇਸ ਬਾਰੇ ਕੋਈ ਪੜ੍ਹਿਆ ਹੋਵੇ ਜਾਂ ਤੁਹਾਡੇ ਵੱਡਿਆਂ ਦੱਸਿਆ ਹੋਵੇ ਕਿ ਕਿੰਜ ਦੇ ਇਨਸਾਨ ਹੈਗੇ ਸੀ? ਦੇਖੋ ਜੀ, ਉਹ ਕਿਉਂਕਿ ਅੰਗਰੇਜ਼ ਦੇ ਤਰਬੀਅਤ ਯਾਫਤਾ ਸੀਗੇ, ਅੰਗਰੇਜ਼ ਦੇ ਨਾਲ ਰਹਿੰਦੇ ਸੀ, ਔਰ ਜੋ ਕੁਛ ਅੰਗਰੇਜ਼ ਕੋਲੋਂ ਉਹਨਾਂ ਸਿੱਖਿਆ ਸੀ ਨਾ ਜੀ, ਉਹੀ ਮੁੰਤਕਿਲ ਹੋਇਆ ਸੀ। ਔਰ ਉਹੀ ਆਪਣੇ, ਕਿਉਂਕਿ ਇੱਥੋਂ ਦੇ ਜ਼ਿਆਦਾਤਰ ਲੋਕ ਹੀ ਉਦੋਂ ਉਹਨਾਂ ਦੇ ਮੁਲਾਜ਼ਮ ਹੁੰਦੇ ਸੀ। ਇਹ ਜੋ ਤੁਸੀਂ ਹੁਣ ਘਰਾਂ ਦੀ ਹਾਲਤ ਦੇਖ ਰਹੇ ਹੋ ਨਹੀਂ ਸੀ, ਤੇ ਕਿਉਂਕਿ ਉਹ ਉਹਨਾਂ ਦੀ ਰਈਅਤ ਬੈਠੇ ਹੋਏ ਸੀਗੇ। ਬਿਲਕੁਲ ਸਹੀ। ਤੇ ਉਹ ਫਿਰ ਉਹੀ ਸਲੂਕ ਕਰਦੇ ਸੀ ਜੋ ਅੰਗਰੇਜ਼ ਨੇ ਉਹਨਾਂ ਨੂੰ ਤਰਬੀਅਤ ਉਹਨਾਂ ਨੇ ਸਿਖਾਇਆ ਸੀ, ਤੇ ਉਹ ਸੇਮ ਉਹੀ ਚੀਜ਼ ਸੀ। ਅੱਛਾ, ਤੁਸੀਂ ਇਹ ਵੀ ਦੱਸੋ ਕਿ ਸੁਣਨ ਚ ਆਈ ਕਿ ਜਿਹੜੀ ਕੋਠੀ ਹੁੰਦੀ ਇੱਕ ਦਰਵਾਜ਼ੇ ਥਾਣੀ ਇਨਸਾਨ ਅੰਦਰ ਯਾਨੀ ਕਿ ਚਲਾ ਜਾਂਦਾ ਸੀ ਤੇ ਵਾਪਸ ਉਹ ਦਰਵਾਜ਼ੇ ਥਾਣੀ ਨਹੀਂ ਮੁੜਦਾ ਸੀ, ਉਹ ਦਰਵਾਜ਼ਾ ਭੁੱਲ ਜਾਂਦਾ ਸੀ। ਇਹਦੇ ਚ ਕਿੰਨੀ ਕੁ ਜੀ ਇਹ ਸਾਡੇ ਬਜ਼ੁਰਗ ਦੱਸਦੇ ਸੀਗੇ ਇੰਜੀ ਸੀ, ਇਸ ਤਰ੍ਹਾਂ ਸੀ, ਸੇਮ ਇਸੇ ਤਰ੍ਹਾਂ, ਕਿਉਂਕਿ ਉਦੋਂ ਆਬਾਦ ਸੀ ਤੇ ਉਹਨਾਂ ਨੇ ਇਹਦੇ ਤੇ ਬੜੀ ਮਿਹਨਤ ਕੀਤੀ ਹੋਈ ਸੀਗੀ। ਕਮਰੇ ਇਸ ਤਰ੍ਹਾਂ ਦੇ ਬਣਾਏ ਗਏ ਕਿ ਪਤਾ ਹੀ ਨਹੀਂ ਚੱਲਦਾ ਕਿੱਧਰ ਜਾਣਾ। ਬਜ਼ੁਰਗ ਦੱਸਦੇ ਨੇ ਕਿ ਉਹਨਾਂ ਕੁਛ ਇਨਾਮ ਰੱਖਿਆ ਹੋਇਆ ਸੀ ਉਸ ਵਕਤ ਦੇ ਮੁਤਾਬਕ 500 1000 ਜਾਂ ਜਿਸ ਤਰ੍ਹਾਂ ਜਿੰਨਾ ਵੀ ਇਨਾਮ ਰੱਖਿਆ ਗਿਆ ਸੀ, ਕਿ ਜਿਹੜਾ ਬੰਦਾ ਇੱਕ ਦਫਾ ਅਗਰ ਕੋਠੀ ਦੇ ਅੰਦਰ ਜਾ ਕੇ ਦੁਬਾਰਾ ਉਸੇ ਦਰਵਾਜ਼ੇ 'ਚੋਂ ਵਾਪਸ ਆਈ ਉਹਦੇ ਵਾਸਤੇ ਇਨਾਮ ਸੀ। ਲੇਕਿਨ ਸੁਣਨ 'ਚ ਆਇਆ ਕਿ ਅੱਜ ਤੱਕ ਕੋਈ ਇਨਾਮ ਕੋਈ ਬੰਦਾ ਹਾਸਲ ਨਹੀਂ ਕਰ ਸਕਿਆ ਸੀ। ਲੇਕਿਨ ਹੁਣ ਤੇ ਇੱਥੇ ਇਨਾਮ ਇਸ ਚੀਜ਼ ਦਾ ਕਿ ਕੋਈ ਬੰਦਾ ਦਰਵਾਜ਼ਾ ਅੰਦਰ ਚਲਾ ਹੀ ਜਾਵੇ ਤੇ ਕਿਉਂ ਕਿੰਨੀ ਖਸਤਾ ਹਾਲ ਹੈਗੀ, ਉਹ ਵੈਸੇ ਹੀ ਡਰ ਆਉਂਦਾ ਅੰਦਰ। ਹਾਂਜੀ, ਉਹ ਬਸ ਹੁਣ ਵੀ ਲੇਟੈਸਟ ਆਏ ਸੀ ਮਹਿਕਮਾ ਔਕਾਫ ਵਾਲੇ ਵੀ ਆਏ ਹੈ ਗੌਰਮੈਂਟ ਆਫ ਪਾਕਿਸਤਾਨ ਦੀ ਤਰਫੋਂ, ਉਹਨਾਂ ਨੇ ਕਿਹਾ ਸੀ ਅਸੀਂ ਇਹਨੂੰ ਤਮੀਰ ਵੀ ਕਰਨੇ ਦੁਬਾਰਾ। ਕੌਮੀ ਵਿਰਸਾ ਵਾਲੇ ਵੀ ਆਏ ਨੇ,
ਪਿੱਛੇ ਜੀ ਡੀਸੀ ਉਕਾੜਾ ਕਮਿਸ਼ਨਰ ਸਾਹਿਬਾਲ ਉਹ ਵੀ ਵਿਜ਼ਿਟ ਕਰਕੇ ਗਏ ਨੇ, ਲੇਕਿਨ ਹਜੇ ਤੱਕ ਆਸਾਰ ਨਹੀਂ ਨਜ਼ਰ ਆ ਰਿਹਾ ਕਿ ਐਸਾ ਕੁਝ ਹੋਏਗਾ, ਕਿਉਂਕਿ ਜਿਹੜੀ ਉਹਦੀ ਹਾਲਤ ਹੈ ਨਾ ਹੁਣ ਤੇ 9 ਕਰੋੜ ਚ ਵੀ नहीं तमीर हो सकती ना ਜਿਹੜੀ बिल्कुल जी, 9 उस दौर च 9 लाख च तमीर। जी जी नादरीन, ये मेरे पास यहाँ का इलाकाई लोग मौजूद हैं। उनका कहना है कि अंग्रेज़ दौर में जब इसको बनाया गया था तो 9 लाख रुपया इस पर लागत आई थी, तो अब इसको 9 करोड़ में भी तमीर नहीं किया जा सकता। तो अब तो इसकी हालत बहुत खस्ता हाल है। तो इसी के साथ अपने मेज़बान सरदार जवेदा शडोगर को दीजिए इजाज़त। अल्लाह